तू सबना तो। मेरी सोचां ते अंदेशे वाकिफ है तू सबना तो। मेरा टुरना मेरा सोना, मेरा टुरना मेरा सोना। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਆਪ ਰਾਜਿਆਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ ਹੋ। ਹਮੇਸ਼ਾ ਸਾਡੀ ਜਿੰਦ ਨੂੰ ਆਪਣੇ ਪਰਮੇਸ਼ਰ ਪਿਤਾ ਲਾਹੂ ਅਤੇ ਆਪਣੀ ਆਤਮਾ ਦੇ ਨਾਲ ਨਿਤ ਪ੍ਰਤੀ ਦਿਨ ਜੀਵੰਤ ਕਰਕੇ ਸਾਨੂੰ ਆਪ ਦੇ ਰਾਜ ਅਤੇ ਆਪ ਦੇ ਮਾਰਗਾਂ ਵਿੱਚ ਲੈ ਕੇ ਚੱਲਦੇ ਹੋ ਕਿ ਅਸੀਂ ਤੇਰੇ ਨਾਮ ਨੂੰ ਉੱਚਾ ਕਰਦੇ ਹੋਏ ਤੇਰੇ ਪਰਮੇਸ਼ਰ ਪਿਤਾ ਮਾਰਗਾਂ ਵਿੱਚ ਚੱਲਦੇ ਹੋਏ ਤੇਰੇ ਨਾਲ ਪਾਏ ਜਾਈਏ। ਅਜਿਹਾ ਹੋਣ ਦੇ ਲਈ ਆਪ ਨੇ ਮਦਦ ਕੀਤੀ ਹੈ, ਉਸ ਦੇ ਲਈ ਧੰਨਵਾਦ। ਅੱਜ ਦੇ ਵਚਨ ਦੇ ਰਾਹੀਂ ਵੀ ਸਾਨੂੰ ਆਪਣੀ ਤੌਫੀਕ ਦੇ ਤਾਂ ਕਿ ਤੇਰੇ ਵਚਨ ਦੀ ਸਿੱਖਿਆ ਦੇ ਨਾਲ ਤੇਰੇ ਆਤਮਿਕ ਜੀਵਨ ਦੇ ਵਿੱਚ ਵਧਦੇ ਹੋਏ ਆਪ ਦੀ ਮਹਿਮਾ ਵਡਿਆਈ ਕਰਦੇ ਪਾਏ ਜਾਈਏ। ਅੱਜ ਦੇ ਇਸ ਵਚਨ ਨੂੰ ਅਤੇ ਸੁਣਨ ਵਾਲੇ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੁਕਮ, ਆਮੇਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਲਿਆ ਹੈ ਉਹ ਲਿਆ ਹੈ ਯਹੋਨਾ 7 ਅਧਿਆਏ, ਉਸ ਦਾ 15 ਤੋਂ 17 ਆਇਤਾਂ ਤੱਕ। ਇੱਥੇ ਲਿਖਿਆ ਹੈ, ਤਾਂ ਯਹੂਦੀ ਅਚਰਜ ਮੰਨ ਕੇ ਬੋਲੇ, ਬਿਨ ਪੜ੍ਹੇ ਇਹਨੂੰ ਵਿਦਿਆ ਕਿੱਥੋਂ ਆਈ ਹੈ? ਸੋ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਮੇਰੀ ਸਿੱਖਿਆ ਮੇਰੀ ਆਪਣੀ ਨਹੀਂ, ਸਗੋਂ ਉਹਦੀ ਹੈ ਜਿਹਨੇ ਮੈਨੂੰ ਘੱਲਿਆ। ਜੇ ਕੋਈ ਉਹਦੀ ਮਰਜ਼ੀ ਪੂਰੀ ਕਰਨੀ ਚਾਹੇ ਤਾਂ ਉਹ ਇਸ ਸਿੱਖਿਆ ਦੇ ਵਿਖੇ ਜਾਣੇਗਾ, ਭਾਈ ਇਹ ਪਰਮੇਸ਼ਰ ਤੋਂ ਹੈ ਜਾਂ ਮੈਂ ਆਪਣੀ ਵੱਲੋਂ ਬੋਲਦਾ ਹਾਂ। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ ਉਹ ਹੈ ਉਪਦੇਸ਼ ਦੀ ਪਹਿਚਾਨ। ਉਪਦੇਸ਼ ਦੀ ਪਹਿਚਾਨ ਕਿ ਪਰਮੇਸ਼ਰ ਵੱਲੋਂ ਹੈ ਜਾਂ ਮਨੁੱਖਾਂ ਵੱਲੋਂ। ਅੱਜ ਬਹੁਤ ਸਾਰੇ ਉਪਦੇਸ਼ ਪਰਮੇਸ਼ਰ ਦੇ ਵਚਨ ਦੀਆਂ ਸਿੱਖਿਆਵਾਂ ਦਿੱਤੀਆਂ ਜਾ ਰਹੀਆਂ ਅਤੇ ਅਲੱਗ-ਅਲੱਗ ਤਰੀਕਿਆਂ ਨਾਲ ਉਸ ਦਾ ਉਪਦੇਸ਼ ਸੌਂਪਿਆ ਜਾ ਰਿਹਾ। ਉਸ ਨੂੰ ਅਸੀਂ ਦੇਖਣਾ ਹੈ ਕਿ ਉਹ ਪਰਮੇਸ਼ਰ ਦੀ ਵੱਲੋਂ ਹੈ ਜਾਂ ਨਹੀਂ। ਮੈਂ ਆਪ ਨੂੰ ਇੱਕ ਖੰਡ ਪੜ੍ਹ ਕੇ ਦੱਸਣਾ ਚਾਹੁੰਦਾ ਹਾਂ। ਰਸੂਲਾਂ ਦੇ ਕਰਤੱਵ ਉਸ ਦੇ 17 ਅਧਿਆਏ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਥੈਸਲੋਨੀਕ ਦੇ ਬੀਰੀਆ ਨਗਰ ਦੇ ਲੋਕ ਜਿਹੜੇ ਸੀ ਉਹ ਕੀ ਕਰਦੇ ਸਨ, ਉਹਨਾਂ ਦੇ ਵਿੱਚ ਇਹ ਜਾਣ ਲੈਂਦੇ ਸੀ ਕਿ ਉਹ ਸਿੱਖਿਆ ਪਰਮੇਸ਼ਰ ਵੱਲੋਂ ਹੈ ਜਾਂ ਮਨੁੱਖਾਂ ਵੱਲੋਂ। ਕਿਸ ਤਰ੍ਹਾਂ ਜਾਣਦੇ ਸੀ? ਇੱਥੇ ਰਸੂਲਾਂ ਦੇ ਕਰਤੱਵ 17 ਅਧਿਆਏ ਉਸ ਦੀ 11 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਇਹ ਲੋਕ ਤਾਂ ਥੈਸਲੋਨਿਕ ਦੇ ਯਹੂਦੀਆਂ ਤੋਂ ਭਲੇ ਸੀ ਅਤੇ ਉਹਨਾਂ ਨੇ ਬੜੀ ਚਾਹ ਨਾਲ ਵਚਨ ਨੂੰ ਕਬੂਲ ਕੀਤਾ ਅਤੇ ਹਰ ਦਿਨ ਲਿਖਤਾਂ ਵਿੱਚੋਂ ਭਾਲਦੇ ਰਹਿੰਦੇ ਸੀ ਇਹ ਗੱਲਾਂ ਇਸੇ ਤਰ੍ਹਾਂ ਹਨ ਜਾਂ ਨਹੀਂ। ਅੱਜ ਕੱਲ੍ਹ ਮੈਂ ਕਈ ਅਸੈਂਬਲੀਆਂ ਦੇ ਵਿੱਚ, ਕਈ ਆਪਣਾ ਲੋਕਾਂ ਦੇ ਵਿੱਚ ਜੋ ਮਸੀਹ ਦੇ ਵਿੱਚ ਹਨ ਉਹਨਾਂ ਦੇ ਕੋਲ ਜਾਂਦਾ ਅਤੇ ਉਹਨਾਂ ਦੀ ਜੋ ਵਚਨ ਦੀ ਸਿੱਖਿਆ ਉਸ ਦੇ ਬਾਰੇ ਉਹਨਾਂ ਤੋਂ ਪੁੱਛਦਾ ਹਾਂ। ਪਰ ਮੈਨੂੰ ਕੀ ਪਤਾ ਲੱਗਦਾ ਹੈ ਉੱਥੇ ਉਹ ਕਹਿੰਦੇ ਵਚਨ ਬਹੁਤ ਵਧੀਆ ਸੀਗਾ ਜੀ। ਅੱਜ ਤਾਂ ਵਚਨ ਬਹੁਤ ਹੀ ਵਧੀਆ ਸੀਗਾ ਜੀ। ਜੇ ਪੁੱਛੀਏ ਕਿ ਪਤਾ ਨਹੀਂ ਜੀ ਵਚਨ ਵਧੀਆ ਸੀਗਾ, ਇਹਦਾ ਮਤਲਬ ਮੈਨੂੰ ਯਾਦ ਆਉਂਦਾ ਹੈ ਪ੍ਰਭੂ ਯਿਸੂ ਮਸੀਹ ਜੀ ਦਾ ਦ੍ਰਿਸ਼ਟਾਂਤ ਜਿੱਥੇ ਉਹਨੇ ਦੱਸਿਆ ਸੀ ਕਿ ਕੁਝ ਲੋਕ ਅਜਿਹੇ ਹੈ ਜਿਹੜੇ ਮਤਲਬ ਕਿ ਸੜਕ ਦੇ ਕਿਨਾਰੇ ਤੇ, ਉਹ ਸੜਕ ਦੇ ਕਿਨਾਰੇ ਤੇ ਖੜੇ, ਅੰਦਰ ਨਹੀਂ ਖੜੇ, ਬਾਹਰੋਂ ਸੁਣ ਤਾਂ ਰਹੇ ਪਰ ਉਹਨਾਂ ਦਾ ਵਚਨ ਚੁੱਕ ਕੇ ਸ਼ੈਤਾਨ ਲੈ ਕੇ ਜਾ ਰਿਹਾ, ਉਹ ਅੰਦਰ ਨਹੀਂ। ਕੁਝ ਲੋਕ ਭੂਮੀ ਦੇ ਵਿੱਚ ਉਹਨਾਂ ਦੇ ਵਚਨ ਤਾਂ ਪੈਂਦਾ ਹੈ ਪਰ ਜਦੋਂ ਉਹਨਾਂ ਦੇ ਉੱਤੇ ਕਸ਼ਟ, ਕਲੇਸ਼ ਅਤੇ ਸੰਕਟ ਆਉਂਦੇ ਆ
ਤਾਂ ਉਹ ਦੱਬ ਕੇ ਰਹਿ ਜਾਂਦੇ ਆ ਅਤੇ ਵਚਨ ਉਹਨਾਂ ਦੇ ਵਿੱਚੋਂ ਖਤਮ ਹੋ ਜਾਂਦਾ ਹੈ। ਵਚਨ ਫਿਰ ਕਿਹਨਾਂ ਦੇ ਵਿੱਚ 30 ਗੁਣਾ 60 ਗੁਣਾ 100 ਗੁਣਾ ਫਲ ਲੈ ਕੇ ਆਉਂਦਾ ਹੈ? ਜਿਹੜੇ ਲੋਕ ਪਰਮੇਸ਼ਰ ਦੇ ਵਚਨ ਨੂੰ ਸੁਣਦੇ, ਮੰਨਦੇ ਅਤੇ ਚੱਲਦੇ, ਉਹਨਾਂ ਦੇ ਜੀਵਨ ਦੇ ਵਿੱਚ 100 ਗੁਣਾ ਫਲ। ਜਿਵੇਂ ਮੈਂ ਵੀਰਿਆ ਦੇ ਲੋਕਾਂ ਦੇ ਵਿੱਚ ਵੇਖਿਆ, ਉਹ ਘਰ ਦੇ ਵਿੱਚ ਆ ਕੇ ਉਸੇ ਵਚਨ ਦੀ ਲਿਖਤ ਨੂੰ ਉਸੇ ਤਰ੍ਹਾਂ ਵੇਖਦੇ ਸੀ ਕਿ ਇਸੇ ਤਰ੍ਹਾਂ ਹੈ ਜਾਂ ਨਹੀਂ। ਪ੍ਰਭੂ ਯਿਸੂ ਮਸੀਹ ਜੀ ਪਰਮੇਸ਼ਰ ਦੇ ਉਪਦੇਸ਼ ਨੂੰ ਜਦੋਂ ਵੀ ਦਿੰਦੇ ਸੀ, ਪ੍ਰਾਰਥਨਾ ਕਰਦੇ ਸੀ ਰਾਤ ਰਾਤ ਭਰ, ਅਤੇ ਪਰਮੇਸ਼ਰ ਤੋਂ ਪੁੱਛਦੇ ਸੀ ਕਿ ਮੈਂ ਕੀ ਉਪਦੇਸ਼ ਦਵਾਂ। ਜੋ ਪਰਮੇਸ਼ਰ ਦੱਸਦਾ ਸੀ ਉਹੀ ਦਿੰਦੇ ਸੀ। ਔਰ ਉਹਨਾਂ ਦਾ ਉਪਦੇਸ਼ ਸਭ ਤੋਂ ਵੱਡੀ ਗੱਲ, ਪਹਿਲੀ ਗੱਲ ਪਵਿੱਤਰ ਹੁੰਦਾ ਸੀ, ਦੂਸਰੀ ਗੱਲ ਸੱਚ ਦੇ ਨਾਲ ਭਰਿਆ ਹੁੰਦਾ ਸੀ, ਤੀਸਰੀ ਗੱਲ ਆਤਮਿਕਤਾ ਦੇ ਨਾਲ ਹੁੰਦਾ ਸੀ, ਚੌਥੀ ਗੱਲ ਪਰਮੇਸ਼ਰ ਦੇ ਪ੍ਰੇਮ ਅਤੇ ਆਗਿਆਕਾਰੀਤਾ ਦੇ ਵਿੱਚ ਹੁੰਦਾ ਸੀ। ਇਹ ਉਹਨਾਂ ਦੇ ਉਪਦੇਸ਼ ਦੀਆਂ ਲੜੀਆਂ ਸੀ, ਜਿਸ ਦੇ ਨਾਲ ਜਿਹੜੇ ਸੁਣਨ ਵਾਲੇ ਸੀ ਉਹ ਉਹਨਾਂ ਦੇ ਪਿੱਛੇ ਤੁਰ ਪੈਂਦੇ ਸੀ, ਜਿਹੜੇ ਨਹੀਂ ਸੁਣਨ ਵਾਲੇ ਹੁੰਦੇ ਸੀ ਉਹ ਰਾਹ ਦੇ ਵਿੱਚ ਹੀ ਰਹਿ ਜਾਂਦੇ ਸੀ। ਕਿਉਂਕਿ ਪਰਮੇਸ਼ਰ ਸਵਰਗੀ ਉਪਦੇਸ਼ ਨੂੰ ਸਾਡੇ ਵਿੱਚ ਵੰਡਦਾ ਸੀ, और स्वर्गीय उपदेश हमेशा जैवंत है। स्वर्गीय उपदेश हमेशा हमेशा दे लई जैवंत है। स्वर्गीय उपदेश जीवन देण वाला है। स्वर्गीय उपदेश सानू स्वर्गीय वरकता नाल भरपूर करने वाला है, संसारिक नहीं। प्रभु यीशु मसीह दे इस उपदेश दे नाल बहुत सारियां गल्लां जुड़ियां होईयां ने। बाइबल दे विच लिखिया है कि तुसी उपदेश नूं पछाण सकदे हो परमेश्वर दे वचन दे नाल। एक जगह दे विच मैं प्रचार करन गया अते उन्हां ने मैनूं सद्दिया सी। मैं गया अते उस जगह दे उत्ते गॉस्पल मीटिंग सी। मैं गॉस्पल मीटिंग दे रहा सी और गॉस्पल मीटिंग दे विच मेरा ध्यान उन्हां लोकां दे विच सीगा। क्यों? क्योंकि वो 25-30 लोग सीगे जिन्हां दे विच मैं ये संदेश दे रहा सी। कोई बड़ी भीड़ नहीं सी ते उन्हां दे उत्ते मेरी निगाह टिकी हुई सी ते एक लेडीज उत्थे बैठी इस तरह अपना गर्दन अपर थले कर रही। मैं कहा बई ये बहुत ध्यान नाल सुन रही है, इहदे हिरदे विच परमेश्वर जरूर काम कर रहा। जदों संदेश सुना के मैं हटिया, जिहड़े उत्थे दे भाई सी उन्होंने जिहड़े लोग आए हुए सी उन्हां दे नाल गल्लां बातां कीतियां। कईयां ने जिन्हां ने अपने जीवन प्रभु नूं सौंपे उन्हां दे नाल वार्तालाप कर। मैं उस बजुर्ग माँ दे कोल उठ के चला गया जिहड़ी बड़े ध्यान नाल मैनूं टकटकी लगा के देख रही सी अते मैं उहदे कोल जा गया। मैं उन्हां नूं कहा, मैं कहा माता जी आप नूं परमेश्वर दी बाणी किवें लगी? मैं हैरान बड़ा हो गया। मेरे नाल एक भाई होर सी जिहड़ा मेरे नाल उस माई दे कोल गया। मैं क्या किवें लगी बाणी? ते वो कहंदी है दो बारी इदां कीता। मैनू भाई ने कहता भाई इन्हें मैसेज सुनिया नहीं है, इनू उच्चा सुनदा है। फिर मैं क्या ये गर्दन बड़ी हिला रही सी ते फिर उसे कलीसिया का एक भाई आया कहता जी इन्हों गर्दन हिलाउण दी बीमारी है। अखां धोखा खांदियां, असी शरीर दे भावना देखते हैं, धोखा खाते। आत्मा परमेश्वर दे वचन दे नाल दसदा है किहड़ा परमेश्वर दे वचन दे नाल सिक्ख्या पा के नवें जन्म दी वल पैदा हो गया। मैं आपनूं एक वचन दसदा हाँ जिहड़ा इस गल दी पुष्टि साडे विच करदा है। मैं आप दे लई पहला यूहन्ना 4 अध्याय उसदी 5 ਅਤੇ 6 आयत नूं आप दे लई पढ़ रहा हाँ। लिखिया है उस संसार दे हन, इस कारण और संसार दीयां गल्लां करदे हन अते संसार उन्हां दी सुणदा है।
ਅਸੀਂ ਪਰਮੇਸ਼ਰ ਦੇ ਹਾਂ। ਜੋ ਪਰਮੇਸ਼ਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ, ਅਤੇ ਜੋ ਪਰਮੇਸ਼ਰ ਨੂੰ ਨਹੀਂ ਜਾਣਦਾ ਉਹ ਸਾਡੀ ਨਹੀਂ ਸੁਣਦਾ। ਇਸ ਤਰ੍ਹਾਂ ਅਸੀਂ ਸੱਤ ਦੇ ਆਤਮਾ ਅਤੇ ਭਰਮ ਦੇ ਆਤਮਾ ਨੂੰ ਸਮਝ ਲੈਂਦੇ ਹਾਂ। ਸੰਸਾਰ ਦੇ ਵਿੱਚ ਅੱਜ ਕੱਲ੍ਹ ਬਹੁਤ ਸਾਰੇ ਸੇਵਕਾਂ ਨੇ ਸੰਸਾਰਿਕ ਸੇਵਕਾਈ ਨੂੰ ਫੜ ਲਿਆ ਹੈ। ਉਹ ਚਾਹੁੰਦੇ ਆ ਕਿ ਸਾਡੀ ਕਲੀਸਿਆ ਦੇ ਵਿੱਚ ਭੀੜ ਹੀ ਭੀੜ ਇਕੱਠੀ ਹੋਵੇ ਅਤੇ ਬਹੁਤ ਸਾਰੇ ਲੋਕ ਹੋਣ, ਔਰ ਕਲੀਸਿਆ ਵੀ ਇਹ ਚਾਹੁੰਦੀ ਹੈ। ਪਰ ਮੇਰੇ ਪ੍ਰਭੂ ਨੇ ਕੋਈ ਚਾਹਤ ਨਹੀਂ ਸੀ ਕੀਤੀ। ਮੇਰੇ ਪ੍ਰਭੂ ਨੇ ਇੱਕ ਚਾਹਤ ਕੀਤੀ ਸੀ। ਉਹ ਚਾਹਤ ਕੀ ਸੀ? ਕਿ ਹਰ ਇੱਕ ਮਨੁੱਖ ਬਚਾਇਆ ਜਾਵੇ ਅਤੇ ਮੰਨ ਲਵੇ ਕਿ ਯਿਸੂ ਹੀ ਪ੍ਰਭੂ ਹੈ, ਔਰ ਇਸ ਤੋਂ ਇਲਾਵਾ ਹੋਰ ਕੋਈ ਨਹੀਂ। ਪੂਰੀ ਬਾਈਬਲ ਦਾ ਅਗਰ ਉਦੇਸ਼ ਪੜ੍ਹੀਏ ਤਾਂ ਇਹੋ ਸਮਝ ਆਉਂਦਾ ਹੈ ਕਿ ਪਰਮੇਸ਼ਵਰ ਨੂੰ ਕਿਸੇ ਵੀ ਮਨੁੱਖ ਦੇ ਮਰਨ ਤੋਂ ਖੁਸ਼ੀ ਨਹੀਂ। ਉਹ ਚਾਹੁੰਦਾ ਹੈ ਸਭੇ ਮੁੜਨ ਅਤੇ ਜਿਉਂਦੇ ਰਹਿਣ। ਤੇ ਸਾਡੇ ਸੰਦੇਸ਼ ਦੇ ਵਿੱਚ ਹੋ ਕੀ ਰਿਹਾ? ਐਕਚੁਅਲ ਸਾਡਾ ਸੰਦੇਸ਼ ਕਰ ਕੀ ਰਿਹਾ? ਅੱਜ ਅਸੀਂ ਸੰਸਾਰਿਕ ਹੋ ਗਏ ਹਾਂ। ਸਾਡੇ ਉਪਦੇਸ਼ ਸੰਸਾਰਿਕ ਹੋ ਗਏ ਆ। ਸਾਡੇ ਉਪਦੇਸ਼ਾਂ ਦੇ ਵਿੱਚ ਇਮੋਸ਼ਨਲ ਗੱਲਾਂ ਆ ਗਈਆਂ, ਜਿਹਦੇ ਨਾਲ ਅਸੀਂ ਕਲੀਸਿਆ ਨੂੰ ਭ੍ਰਮਿਤ ਕਰਕੇ ਇੱਕ ਮਾਇਆ ਦੇ ਲਈ ਆਪਣੇ ਵੱਲ ਖਿੱਚ ਰਹੇ। ਬੜੀ ਗਲਤ ਗੱਲ। ਪੰਜਾਬ ਦੇ ਵਿੱਚ ਤਾਂ ਅਕਸਰ ਇਹ ਗੱਲ ਹੋ ਚੁੱਕੀ ਆ ਕਿ ਹਾਂਜੀ ਤੁਸੀਂ ਬਾਹਰ ਜਾਣਾ ਚਾਹੁੰਦੇ, ਲਿਆਓ ਜੀ ਪਾਸਪੋਰਟ ਤੇ ਰੱਖ ਕੇ ਤੁਹਾਡੇ ਪ੍ਰਾਰਥਨਾ ਕਰੋ। ਪਹਿਲਾਂ ਪੁੱਛ ਤਾਂ ਲਓ ਭਾਈ, ਨਵਾਂ ਜਨਮ ਹੋ ਗਿਆ ਹੈ, ਤੌਬਾ ਕਰ ਲਈ ਹੈ, ਪਰਮੇਸ਼ਵਰ ਦੀ ਇੱਛਾ ਉਸ ਦੇ ਜੀਵਨ 'ਚ ਕੀ ਹੈ ਜਾਣ ਤਾਂ ਲਓ। ਹਾਂਜੀ ਤੁਸੀਂ ਬਾਹਰ ਜਾਣਾ ਚਾਹੁੰਦੇ, ਮੈਂ ਕਲੇਸ਼ ਤੋਂ ਬਾਹਰ ਹੋਣਾ ਚਾਹੁੰਦਾ, ਮੇਰੀ ਆਪ ਬਿਮਾਰੀ ਦੂਰ ਹੋਣੀ ਚਾਹੀਦੀ। ਪਰਮੇਸ਼ਵਰ ਦਾ ਉਦੇਸ਼ ਕੀ ਸੀ? ਅਸੀਂ ਉਸ ਉਦੇਸ਼ ਤੋਂ ਭਟਕ ਗਏ ਹਾਂ, ਭੁੱਲ ਗਏ ਹਾਂ। ਇੱਥੇ ਪਰਮੇਸ਼ਵਰ ਕੀ ਕਹਿ ਰਿਹਾ? ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਕਹਿੰਦਾ ਜੇ ਕੋਈ ਉਸ ਦੀ ਇੱਛਾ ਤੇ ਚੱਲਣਾ ਚਾਹੇ ਤਾਂ ਉਸ ਦੇ ਉਪਦੇਸ਼ ਦੇ ਵਿਖੇ ਜਾਣ ਜਾਵੇਗਾ। ਉਹ ਸਮਝ ਆਏਗਾ ਕਿ ਇਹ ਉਪਦੇਸ਼ ਮੇਰੀ ਆਤਮਾ ਨੂੰ, ਮੇਰੇ ਜੀਵਨ ਨੂੰ ਬਚਾਉਣ ਦੇ ਲਈ ਹੈ। ਪੌਲਸ ਰਸੂਲ ਨੇ ਕੀ ਪ੍ਰਚਾਰ ਕੀਤਾ ਸੀ, ਕੀ ਉਪਦੇਸ਼ ਦਿੱਤਾ ਸੀ, ਔਰ ਪੌਲਸ ਰਸੂਲ ਕਹਿ ਕੀ ਰਿਹਾ, ਅਸੀਂ ਉਹ ਵੀ ਦੇਖ ਲੈਂਦੇ ਹਾਂ। ਪਹਿਲਾ ਕੁਰਿੰਥੀਆਂ 1:23, ਜਿੱਥੇ ਪੌਲਸ ਰਸੂਲ ਆਪਣੇ ਉਦੇਸ਼ ਨੂੰ ਪ੍ਰਗਟ ਕਰ ਰਿਹਾ। ਕੀ ਕਹਿ ਰਿਹਾ 1:23 ਦੇ ਵਿੱਚ? ਕਹਿੰਦਾ ਹੈ, ਪਰ ਅਸੀਂ ਤਾਂ ਸਲੀਬ ਦਿੱਤੇ ਹੋਏ ਮਸੀਹ ਦਾ ਪ੍ਰਚਾਰ ਕਰਦੇ ਹਾਂ। ਹੋਰ ਕੋਈ ਪ੍ਰਚਾਰ ਹੀ ਨਹੀਂ। ਇਮੋਸ਼ਨਲ ਪ੍ਰਚਾਰ ਨਹੀਂ ਹੈ, शारीरिक प्रचार नहीं है, लोभ रहित प्रचार, लोभ का प्रचार नहीं है, माया का प्रचार नहीं है। अज प्रचार किस तरह का चल रहा? बाइबल दे विच कई लोग नबी बनने की कोशिश दे विच लग गए हैं, कई लोग रसूल बनने की कोशिश दे विच लग गए, कई लोग पिता बनने की कोशिश दे विच लग गए, कई लोग कई तरह के उद्देश्यों दे विच लग चुके हैं, जबकि ये परमेश्वर दे वचन का उद्देश नहीं है। परमेश्वर दे वचन का उद्देश, परमेश्वर की इच्छा साडे विच साफ है। हर एक मनुख बचाया जाए, और उद्देश सानू पता लगता है जदों मत्ती रची सुसमाचार उसका असी 23 अते उसका 8 पढ़ते हाँ, तो उस विच परमेश्वर अपने लोकां नू दसदा है। की दसदा है? अपना डिजायर। की कहता है? पर तुसी रब्बी ना कहलाउणा, तुसी अपने आप नू रसूल ना कहाउणा, तुसी अपने आप दे विच पिता ना कहाउणा, तुसी अपने आप दे विच उपदेशक ना कहाउणा, पर तुसी कहाउणा की? क्योंकि तुहाडा इक्को ही गुरु है अते तुसी सब भाई हो। जदों असी चेलियां दे विच एक प्रॉब्लम सी, साडे विचों वड्डा कौन? जदों असी इस दौड़ दे विच दौड़ना शुरू कर दिंदे हां तो असी परमेश्वर की इच्छा अते परमेश्वर की मर्जी दोनों तो भटक जाते हैं। मेरे भाई भैन,
ਫਿਰ ਨਾ ਤਾਂ ਉਹਦਾ ਡਿਜ਼ਾਇਰ ਸਾਡੇ ਵਿੱਚ ਪ੍ਰਗਟ ਹੁੰਦਾ ਹੈ, ਨਾ ਉਸਦੀ ਮਰਜ਼ੀ ਸਾਡੇ ਵਿੱਚ। ਫਿਰ ਸਾਨੂੰ ਪਤਾ ਲੱਗ ਜਾਂਦਾ ਹੈ ਅਸੀਂ ਸਰੀਰਕ ਅਤੇ ਇਮੋਸ਼ਨਲ ਤਰੀਕੇ ਦੇ ਨਾਲ ਆਪਣੀ ਕਲੀਸਿਆ ਨੂੰ, ਆਪਣੇ ਲੋਕਾਂ ਨੂੰ ਬਲੈਕਮੇਲ ਕਰ ਰਹੇ ਹਾਂ। ਪਰਮੇਸ਼ਵਰ ਤਾਂ ਇਹ ਸਿਖਾਉਂਦਾ ਨਹੀਂ ਹੈ। ਬਾਈਬਲ ਦੇ ਵਿੱਚ ਇਹ ਸਾਫ਼ ਲਿਖਿਆ ਹੈ। ਜਦੋਂ ਪ੍ਰਭੂ ਯਿਸੂ ਮਸੀਹ ਜੀ ਉਪਦੇਸ਼ ਦੇ ਰਹੇ ਸੀ, ਅੱਜ ਸਵੇਰੇ ਮੈਂ ਪੜ੍ਹ ਰਿਹਾ ਸੀ ਮਰਕੁਸ ਦੀ ਅੰਜੀਲ, ਉਸ ਦਾ 6 ਅਧਿਆਏ, ਉਸ ਦੀ 2 ਆਇਤ, ਤਾਂ ਉਸ ਵਿੱਚ ਕੀ ਆਖਦਾ ਹੈ, ਪਰਮੇਸ਼ਰ ਪੁੱਤਰ ਜਦੋਂ ਉਸਨੇ ਜਾ ਕੇ ਉਪਦੇਸ਼ ਦਿੱਤਾ ਤਾਂ ਲੋਕ ਸੁਣ ਕੇ ਹੈਰਾਨ ਹੋ ਗਏ ਅਤੇ ਕਹਿਣ ਲੱਗੇ ਇਹ ਗੱਲਾਂ ਕਿੱਥੋਂ ਆ ਗਈਆਂ ਅਤੇ ਕਿਹੜਾ ਗਿਆਨ ਹੈ ਜੋ ਇਸ ਨੂੰ ਦਿੱਤਾ ਗਿਆ ਅਤੇ ਕਿਵੇਂ ਸਮਰਥ ਦੇ ਕੰਮ ਇਹਦੇ ਹੱਥਾਂ ਵਿੱਚ ਪ੍ਰਗਟ ਹੁੰਦੇ ਆ। ਕੀ ਤੁਹਾਡੇ ਉਪਦੇਸ਼ ਦੇ ਵਿੱਚ ਪਰਮੇਸ਼ਵਰ ਦੀ ਇੱਛਾ ਹੈ? ਕਿ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਮਰਜ਼ੀ ਜੋ ਉਸ ਦੇ ਸਮਰਪਣ ਦੇ ਨਾਲ ਹੈ ਪ੍ਰਗਟ ਹੈ? ਪਰਮੇਸ਼ਰ ਪੁੱਤਰ ਨੇ ਜਦੋਂ ਪਰਮੇਸ਼ਵਰ ਨੇ ਕਿਹਾ ਕਿ ਮੈਂ ਪੂਰੀ ਮਨੁੱਖ ਜਾਤੀ ਨੂੰ ਬਚਾਉਣਾ ਚਾਹੁੰਦਾ ਹੈ, ਕੌਣ ਮੇਰੇ ਲਈ ਜਾਏਗਾ? ਉੱਥੇ ਪ੍ਰਭੂ ਯਿਸੂ ਮਸੀਹ ਖੜੇ ਹੋ, ਪਰਮੇਸ਼ਰ ਮੈਨੂੰ ਕੱਲ ਮੈਂ ਜਾਵਾਂ, ਮੈਂ ਇਸ ਸਰਵਤ ਮਨੁੱਖ ਜਾਤੀ ਦੇ ਲਈ ਆਪਣੇ ਜੀਵਨ ਨੂੰ ਤੇਰੇ ਲਈ ਦੇ ਦਵਾਂ ਤਾਂ ਕਿ ਹਰ ਇੱਕ ਮਨੁੱਖ ਬਚਾਇਆ ਜਾ ਸਕੇ। ਉਹ ਪਰਮੇਸ਼ਰ ਦੀ ਮਰਜ਼ੀ ਪੂਰਾ ਕਰਨ ਦੇ ਲਈ ਤਿਆਰ ਹੋ ਗਿਆ, ਉਸਨੇ ਸਮਰਪਣ ਕਰ ਦਿੱਤਾ। ਉਸ ਦਾ ਉਪਦੇਸ਼ ਸਵਰਗੀ ਸੀ, ਉਸ ਦੀ ਮਰਜ਼ੀ ਸਵਰਗੀ ਸੀ, ਉਸ ਦਾ ਚੱਲਣਾ ਸਵਰਗੀ ਸੀ, ਉਸ ਦਾ ਦੇਖਣਾ ਸਵਰਗੀ ਸੀ, ਉਸ ਦਾ ਬੋਲਣਾ ਸਵਰਗੀ ਸੀ, ਉਸ ਦਾ ਹਰ ਇੱਕ ਕੰਮ ਸਵਰਗੀ ਸੀ। ਕਿ ਸਾਡੇ ਵਿੱਚ ਇਹ ਪ੍ਰਗਟ ਹੁੰਦਾ ਹੈ? ਕਿ ਸਾਡੇ ਵਿੱਚ ਇਹ ਗੱਲਾਂ ਪ੍ਰਗਟ ਹੋ ਰਹੀਆਂ? ਤੁਸੀਂ ਕੋਈ ਵੀ ਉਪਦੇਸ਼ ਦੇਖੋ, ਕੋਈ ਵੀ ਉਪਦੇਸ਼ ਸੁਣੋ, ਅਗਰ ਉਸ ਵਿੱਚ ਸਵਰਗੀ ਇੱਛਾ ਨਹੀਂ ਹੈ, ਸਵਰਗੀ ਵਿਚਾਰ ਨਹੀਂ ਹੈ, ਸਵਰਗੀ ਮਰਜ਼ੀ ਨਹੀਂ ਹੈ, ਸਵਰਗੀ ਸਮਰਪਣ ਨਹੀਂ ਹੈ, ਕ੍ਰੂਸੀਫਿਕੇਸ਼ਨ ਨਹੀਂ ਹੈ, ਤਾਂ ਜਾਣ ਲਓ ਉਹ ਸੰਦੇਸ਼ ਪਰਮੇਸ਼ਵਰ ਦੀ ਵੱਲੋਂ ਨਹੀਂ, ਇਸ ਯੁੱਗ ਦੇ ਈਸ਼ਵਰ ਵੱਲੋਂ ਹੈ, ਜਿਹੜਾ ਸਾਨੂੰ ਸਰੀਰਕ ਤਰੀਕੇ ਦੇ ਨਾਲ ਸੰਸਾਰਿਕ ਗੱਲਾਂ ਦੇ ਵਿੱਚ ਮੋਹਿਤ ਕਰਕੇ ਸਾਡੇ ਵਿਸ਼ਵਾਸ ਨੂੰ ਨਾਸ਼ ਕਰ ਰਿਹਾ ਹੈ। ਮੇਰੇ ਪਿਆਰੇ ਅਸੀਸ, ਮੈਂ ਇਹੋ ਦੱਸਣਾ ਚਾਹੁੰਦਾ ਸੀ, ਉਪਦੇਸ਼ ਦੀ ਪਛਾਣ ਕਿ ਇਹ ਪਰਮੇਸ਼ਰ ਵੱਲੋਂ ਹੈ, ਮਨੁੱਖਾਂ ਵੱਲੋਂ, ਪਰਮੇਸ਼ਰ ਦੇ ਵਚਨ ਤੋਂ ਹੀ ਤੁਸੀਂ ਜਾਣ ਸਕਦੇ। ਜੇ ਤੁਹਾਡੇ ਹੱਥ ਵਿੱਚ ਪਰਮੇਸ਼ਰ ਦਾ ਵਚਨ ਨਹੀਂ ਹੈ ਔਰ ਤੁਸੀਂ ਸੁਣਨ ਦੇ ਲਈ ਚਲੇ ਗਏ ਤਾਂ ਕਦੇ ਵੀ ਤੁਹਾਨੂੰ ਪਰਮੇਸ਼ਰ ਦੇ ਵਚਨ ਦੀ ਪਛਾਣ। ਮੈਂ ਅਕਸਰ ਆਪਣੀ ਕਲੀਸਿਆ ਦੇ ਵਿੱਚ ਕਹਿਣਾ ਹੁੰਦਾ ਆ, ਜਦੋਂ ਵੀ ਕਿਤੇ ਜਾਓ ਆਪਣੀ ਬਾਈਬਲ, ਕਾਪੀ ਔਰ ਪੈਨ ਜ਼ਰੂਰ ਲੈ ਕੇ ਜਾਓ। ਜੋ ਵੀ ਉੱਥੇ ਪ੍ਰਚਾਰ ਕੀਤਾ ਜਾਂਦਾ ਉਹਨੂੰ ਸੁਣੋ, ਲਿਖੋ ਅਤੇ ਘਰ ਆ ਕੇ ਉਹਦੀ ਸੋਧ ਕਰੋ। ਅਗਰ ਨਹੀਂ ਸਮਝ ਆ ਰਿਹਾ ਤਾਂ ਪੁੱਛੋ, ਅਗਰ ਸਮਝ ਆ ਰਿਹਾ ਤਾਂ ਉਹ ਤੁਹਾਡੀ ਆਤਮਿਕ ਉન્નਤੀ ਦੇ ਲਈ। ਜੇ ਉਸ ਵਿੱਚ ਸਵਾਲ ਖੜੇ ਹੋ ਰਹੇ ਹੈ ਤਾਂ ਇਸ ਦਾ ਮਤਲਬ ਉਪਦੇਸ਼ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੈ। ਪਛਾਣ ਪਰਮੇਸ਼ਰ ਦਾ ਆਤਮਾ ਦੱਸਦਾ ਹੈ। ਉਹ ਆਤਮਾ ਕਾਹਦੇ ਲਈ ਦਿੱਤਾ ਗਿਆ ਹੈ? ਉਹ ਆਤਮਾ ਇਸੇ ਲਈ ਦਿੱਤਾ ਹੈ ਸਾਡੀ ਆਤਮਿਕ ਸੁਰੱਖਿਆ ਦੇ ਲਈ, ਕਿ ਅਸੀਂ ਇਸ ਆਤਮਿਕ ਸਫ਼ਰ ਦੇ ਵਿੱਚ ਚੱਲਦੇ ਹੋਏ ਉਸ ਜਗ੍ਹਾ ਦੇ ਉੱਤੇ ਪਹੁੰਚ ਜਾਈਏ ਜਿਸ ਜਗ੍ਹਾ ਦੇ ਲਈ ਪਰਮੇਸ਼ਵਰ ਨੇ ਆਪਣੇ ਪੁੱਤਰ ਵਿੱਚ ਮੈਨੂੰ ਅਤੇ ਆਪ ਨੂੰ ਚੁਣਿਆ ਹੈ। ਕਿੱਥੇ? ਸਵਰਗੀ ਵਤਨ ਦੇ ਲਈ, ਜਿੱਥੇ ਉਹ ਆਪ ਵਿਰਾਜਮਾਨ ਹੈ। ਉਹ ਚਾਹੁੰਦਾ ਹੈ ਜਿੱਥੇ ਮੈਂ ਉੱਥੇ ਅਸੀਂ ਵੀ ਹੋਈਏ। ਉਹ ਤਦੇ ਹੋਵੇਗਾ ਜੇ ਮੈਂ ਪਰਮੇਸ਼ਵਰ ਦੇ ਉਪਦੇਸ਼ ਦੀ, ਪਰਮੇਸ਼ਵਰ ਦੇ ਵਚਨ ਦੀ ਔਰ ਪਰਮੇਸ਼ਵਰ ਦੇ ਗੱਲਾਂ ਦੀ, ਉਸ ਦੇ ਵਚਨ ਦੇ ਨਾਲ ਪਛਾਣ ਕਰਨ ਵਾਲਾ। ਇਹ ਹੋਵੇਗੀ ਕਿੱਦਾਂ? ਮੈਂ ਪ੍ਰਾਰਥਨਾ ਕਰਾਂ ਪ੍ਰਭੂ ਮੈਨੂੰ ਆਪਣੀ ਸਮਝ ਅਤੇ ਬੁੱਧ ਦੇ, ਆਪਣਾ ਗਿਆਨ ਦੇ, ਤਾਂ ਕਿ ਮੈਂ ਤੇਰੇ ਉਪਦੇਸ਼ ਨੂੰ ਪਛਾਣ ਕੇ ਚੱਲ ਸਕਾਂ। ਜੇ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਹਜੇ ਤੱਕ ਨਹੀਂ ਜਾਣਿਆ ਹੈ ਤਾਂ ਅੱਜ ਜਾਣ ਲਓ ਕਿ ਪਰਮੇਸ਼ਰ ਦਾ ਵਚਨ ਮੈਨੂੰ ਬਚਾਉਣ ਦੇ ਲਈ ਇਸ ਧਰਤੀ ਦੇ ਉੱਤੇ ਆਇਆ। ਇਸ ਧਰਤੀ ਦੇ ਉੱਤੇ ਮੈਨੂੰ ਪਾਪੀ ਨੂੰ ਬਚਾਉਣ ਦੇ ਲਈ ਆਪਣੀ ਜਾਨ ਕਲਵਰੀ ਕਰੂਸ ਦੇ ਉੱਤੇ ਦਿੱਤੀ, ਮੇਰੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ। ਹੁਣ ਉਹ ਮੇਰਾ ਪ੍ਰਭੂ ਹੈ। ਜਦੋਂ ਮੈਂ ਵਿਸ਼ਵਾਸ ਕਰ ਲੈਂਦਾ ਹਾਂ ਤਾਂ ਉਸ ਦਾ ਆਤਮਾ ਮੇਰੇ ਵਿੱਚ ਆ ਜਾਂਦਾ ਹੈ, ਉਸ ਦੀ ਮੋਹਰ ਮੇਰੇ ਵਿੱਚ ਹੋ ਜਾਂਦੀ ਹੈ
ਅਤੇ ਉਹ ਮੈਨੂੰ ਹਰ ਇੱਕ ਗੱਲ ਨੂੰ ਪਛਾਣਨ ਦੇ ਲਈ, ਹਰ ਇੱਕ ਗੱਲ ਨੂੰ ਜਾਣਨ ਦੇ ਲਈ, ਹਰ ਇੱਕ ਗੱਲ ਪਰਮੇਸ਼ਰ ਦੇ ਉਪਦੇਸ਼ਾਂ ਦੇ ਅਨੁਸਾਰ ਸਮਝਣ ਦੇ ਲਈ, ਮੇਰੀ ਮਦਦ ਕਰਨ ਦੇ ਲਈ ਮੇਰੇ ਨਾਲ ਰਹਿੰਦਾ ਹੈ। ਪਰ ਜੇ ਤੁਸੀਂ ਇਹ ਚੀਜ਼ ਕਰ ਚੁੱਕੇ ਹੋ ਤਾਂ, ਜੇ ਤੁਸੀਂ ਕਰ ਚੁੱਕੇ ਹੋ ਤਾਂ ਤੁਹਾਡੀ ਮਦਦ ਕਰੇਗਾ, ਜੇ ਨਹੀਂ ਤਾਂ ਤੁਸੀਂ ਉਸ ਨੂੰ ਸਵੀਕਾਰ ਕਰੋ ਤਾਂ ਤੁਹਾਡੀ ਮਦਦ ਕਰੇਗਾ। ਅੱਜ ਤੁਸੀਂ ਇਸ ਵਚਨ ਦੇ ਅਨੁਸਾਰ ਜਾਣ ਸਕਦੇ ਹੋ ਕਿ ਉਹ ਉਪਦੇਸ਼ ਕੋਈ ਵੀ ਦੇ ਰਿਹਾ, ਚਾਹੇ ਮੈਂ ਦੇ ਰਿਹਾ ਜਾਂ ਕੋਈ ਵੀ ਦੇ ਰਿਹਾ, ਇਹ ਪਰਮੇਸ਼ਰ ਵੱਲੋਂ ਹੈ ਜਾਂ ਮਨੁੱਖਾਂ ਵੱਲੋਂ। ਪਰਮੇਸ਼ਰ ਆਪ ਨੂੰ ਇਸ ਉਪਦੇਸ਼ ਨੂੰ ਸਮਝਣ ਅਤੇ ਜਾਣਨ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।